A very good morning to all of you. I hope all of you have written the question answers of our first lesson, Abdul Hamid. So today I shall discuss the story of the Abdul Hamid so that you can understand what is written in the question answers. ਮੈਨੂੰ ਉਮੀਦ ਹੈ ਕਿ ਤੁਸੀਂ ਸਾਰਿਆਂ ਨੇ ਅਬਦੁਲ ਹਮੀਦ ਜਿਹੜਾ ਸਾਡਾ ਲੈਸਨ ਹੈ ਲਿਟਰੇਚਰ ਦੀ ਬੁੱਕ ਦਾ ਫਸਟ ਲੈਸਨ ਹੈ ਉਹਦੇ ਜਿਹੜੇ ਕੁਐਸਚਨ ਆਨਸਰਸ ਨੇ ਲਾਸਟ ਵੀਕ ਜਿਹੜੇ ਤੁਹਾਨੂੰ ਭੇਜੇ ਸੀ ਤੁਸੀਂ ਸਾਰਿਆਂ ਨੇ ਫੇਅਰ ਕਾਪੀ ਉੱਤੇ ਲਿਖ ਲਏ ਹੋਣਗੇ। ਸੋ ਅੱਜ ਆਪਾਂ ਜਿਹੜੀ ਸਟੋਰੀ ਹੈ ਉਹਨੂੰ ਸੰਖੇਪ ਦੇ ਵਿੱਚ ਲਰਨ ਕਰਾਂਗੇ, ਅੰਡਰਸਟੈਂਡ ਕਰਾਂਗੇ ਸਟੋਰੀ ਦੇ ਵਿੱਚ ਦਿੱਤਾ ਕੀ ਹੋਇਆ। ਸੋ ਆਈ ਐਮ ਗੋਇੰਗ ਟੂ ਸਟਾਰਟ ਦੀ ਲੈਸਨ। This lesson is based on the story of an Indian soldier whose name was Abdul Hamid. He was company quarter master havaldar of 4 grenadiers. He was a very brave soldier. He was a crack shoot. So ਜਿਹੜਾ ਇਹ ਜੀ ਲੈਸਨ ਹੈ ਇਹ ਇੱਕ ਇੰਡੀਅਨ ਸੋਲਜਰ ਦੀ ਸਟੋਰੀ ਦੇ ਉੱਤੇ ਬੇਸਡ ਹੈ ਜਿਹਦਾ ਨਾਮ ਅਬਦੁਲ ਹਮੀਦ ਸੀਗਾ। ਉਹ ਕੰਪਨੀ ਕੁਆਟਰ ਮਾਸਟਰ ਹਵਲਦਾਰ ਸੀਗਾ ਜੀ ਫੋਰ ਗ੍ਰਨੇਡੀਅਰਸ। ਇਹ ਕੀ ਆ ਜਿਹੜੀ ਆਰਮੀ ਆ ਇੰਡੀਅਨ ਆਰਮੀ ਆ ਉਹਦੇ ਵਿੱਚ ਜਿਹੜੇ ਰੈਂਕ ਹੁੰਦੇ ਨੇ ਵੀ ਕਿਹੜੇ ਰੈਂਕ ਉੱਤੇ ਵਰਕ ਕਰ ਰਿਹਾ। ਉਹ ਇੱਕ ਹਵਲਦਾਰ ਸੀਗਾ ਕੰਪਨੀ ਕੁਆਟਰ ਮਾਸਟਰ ਹਵਲਦਾਰ ਉਹਦਾ ਰੈਂਕ ਦਾ ਨਾਮ ਆ। ਕਿਹੜੀ ਕੰਪਨੀ ਦਾ? ਆਫ 4 ਗ੍ਰਨੇਡੀਅਰਸ। ਇਹ ਉਹਦੀ ਕੰਪਨੀ ਦਾ ਨੇਮ ਆ ਗਿਆ। ਜਿੱਦਾਂ ਛੋਟੀਆਂ ਛੋਟੀਆਂ ਟੁਕੜੀਆਂ ਬਣੀਆਂ ਹੁੰਦੀਆਂ ਨੇ ਆਰਮੀ ਦੇ ਵਿੱਚ, ਫੌਜ ਨੂੰ ਛੋਟੇ ਛੋਟੇ ਟੁਕੜੀਆਂ ਦੇ ਵਿੱਚ ਵੰਡ ਦਿੰਦੇ ਨੇ, ਉੱਦਾਂ ਹੀ ਉਹਦੀ ਜਿਹੜੀ ਟੁਕੜੀ ਹੈ ਉਹਦਾ ਨਾਮ ਸਾਨੂੰ ਦੱਸ ਦਿੱਤਾ ਗਿਆ 4 ਗ੍ਰਨੇਡੀਅਰਸ ਐਂਡ ਉਹਦਾ ਉਹ ਹਵਲਦਾਰ ਉਹਦਾ ਅਹੁਦੇ ਦਾ ਨਾਮ ਸੀ। ਸੋ ਹੀ ਵਾਜ਼ ਅ ਵੈਰੀ ਬਰੇਵ ਸੋਲਜਰ। ਆਈ ਹੋਪ ਤੁਹਾਨੂੰ ਸਮਝ ਆ ਗਿਆ ਹੋਊਗਾ ਕਿ ਉਹ ਬੜਾ ਬਹਾਦਰ ਸਿਪਾਹੀ ਸੀ। ਹੀ ਵਾਜ਼ ਅ ਕ੍ਰੈਕ ਸ਼ੂਟ। ਉਹਦਾ ਨਿਸ਼ਾਨਾ ਬੜਾ ਪੱਕਾ ਸੀ, ਬੜਾ ਪੱਕਾ ਨਿਸ਼ਾਨੇਬਾਜ਼ ਸੀਗਾ, ਕ੍ਰੈਕ ਸ਼ੂਟ ਸੀਗਾ। ਨੈਕਸਟ ਆਪਾਂ ਮੂਵ ਕਰ ਰਹੇ ਹਾਂ ਜੀ ਸਟੋਰੀ ਵੱਲ ਨੂੰ। ਐਜ਼ ਯੂ ਮੇ ਨੋ a war was fought between India and Pakistan in 1965. Abdul Hamid fought in this war from the India's side. He fought from the Khemkarn sector. ਜਿਵੇਂ ਮੈਨੂੰ ਉਮੀਦ ਹੈ ਕਿ ਤੁਹਾਨੂੰ ਸ਼ਾਇਦ ਥੋੜ੍ਹੇ ਬੱਚਿਆਂ ਨੂੰ ਜ਼ਰੂਰ ਪਤਾ ਹੋਏਗਾ ਕਿ ਇੰਡੀਆ ਅਤੇ ਪਾਕਿਸਤਾਨ ਦੇ ਵਿੱਚ 1965 ਦੇ ਵਿੱਚ ਇੱਕ ਜੰਗ ਲੜੀ ਗਈ ਹੈ। ਅਬਦੁਲ ਹਮੀਦ ਨੇ 1965 ਵਾਲੀ ਜਿਹੜੀ ਇੰਡੀਆ ਅਤੇ ਪਾਕਿਸਤਾਨ ਦੇ ਵਿਚਕਾਰ ਜੰਗ ਹੋਈ ਹੈ ਉਹਦੇ ਵਿੱਚ ਇੰਡੀਆ ਦੀ ਸਾਈਡ ਤੋਂ ਪਾਰਟੀਸਪੇਟ ਕੀਤਾ ਸੀ। ਇਹ ਜੰਗ ਦੇ ਵਿੱਚ ਬੜੀ ਬਹਾਦਰੀ ਦੇ ਨਾਲ ਉਹਨਾਂ ਨੇ ਫਾਈਟ ਕੀਤੀ ਐਂਡ ਉਹ ਖੇਮਕਰਨ ਜਿਹੜਾ ਸੈਕਟਰ ਹੈ ਬਾਰਡਰ ਏਰੀਆ ਦੇ ਨਾਲ ਲੱਗਦਾ ਜਿਹੜਾ ਸੈਕਟਰ ਹੈ ਖੇਮਕਰਨ, ਉਸ ਜਗ੍ਹਾ ਦੇ ਉੱਤੋਂ ਉਹਨਾਂ ਨੇ ਜਿਹੜੀ ਫਾਈਟ ਹੈ ਉਹ ਸ਼ੁਰੂ ਕੀਤੀ। ਉਸ ਜਗ੍ਹਾ ਦੇ ਉੱਤੋਂ ਉਹਨਾਂ ਨੇ ਜਿਹੜੀ ਇਹ ਲੜਾਈ ਹੈ ਲੜੀ। ਨੈਕਸਟ ਹੈ ਜੀ ਆਪਾਂ ਸਟੋਰੀ ਵੱਲ ਮੂਵ ਕਰ ਰਹੇ ਹਾਂ। ਇਨ ਦੈਟ ਵਾਰ ਪਾਕਿਸਤਾਨ ਹੈਡ ਪੈਟਰਨ ਟੈਂਕਸ which were very powerful and dangerous. Abdul Hamid was sitting in a jeep. He had a special kind of gun. ਇਹ ਜਿਹੜੀ ਜੰਗ ਲੜੀ ਗਈ ਹੈ ਜੀ ਇਹਦੇ ਵਿੱਚ ਪਾਕਿਸਤਾਨ ਨੇ ਜਿਹੜੀ ਟੈਕਨੋਲੋਜੀ ਯੂਜ਼ ਕੀਤੀ ਹੈ ਹੀ ਹੈਡ ਦੀ ਪੈਟਰਨ ਟੈਂਕਸ। ਉਹਦੇ ਕੋਲ ਪੈਟਰਨ ਟੈਂਕ ਸੀਗੇ। ਇੱਕ ਪੈਟਰਨ ਹੋ ਗਿਆ ਇੱਕ ਟੈਂਕਸ ਦਾ ਨੇਮ ਹੈ, ਉਹਨਾਂ ਦੀ ਇੱਕ ਕੁਆਲਿਟੀ ਹੈ ਜਿਹੜੇ ਕਿ ਉਹਨੇ ਅਮਰੀਕਾ ਤੋਂ ਲਏ ਸੀਗੇ। ਬੜੇ ਪਾਵਰਫੁਲ ਟੈਂਕ ਸੀਗੇ, ਬੜੇ ਡੇਂਜਰਸ ਸੀਗੇ ਉਹ ਟੈਂਕ ਸੀਗੇ। ਉਹਦੇ ਕੋਲ ਮੇਬੀ 5 ਸੀਗੇ। ਉਹਦੀ ਹੈਲਪ ਦੇ ਨਾਲ ਉਹ ਇੰਡੀਆ ਦੇ ਉੱਤੇ ਅਟੈਕ ਕਰ ਰਿਹਾ ਸੀ। ਜਿਹੜਾ ਅਬਦੁਲ ਹਮੀਦ ਹੈ ਉਹ ਇੰਡੀਆ ਦੀ ਸਾਈਡ ਦੇ ਉੱਤੋਂ ਲੜ ਰਿਹਾ। ਵੀ ਨੋ ਹੀ ਵਾਜ਼ ਐਨ ਇੰਡੀਅਨ ਸੋਲਜਰ, ਇੰਡੀਅਨ ਸੋਲਜਰ ਹੈ। ਹੀ ਵਾਜ਼ ਸਿਟਿੰਗ ਇਨ ਅ ਜੀਪ, ਜੀਪ ਦੇ ਉੱਤੇ ਬੈਠਾ ਹੈ। ਹੀ ਹੈਡ ਅ ਸਪੈਸ਼ਲ ਕਾਈਂਡ ਆਫ ਗਨ। ਉਹਨਾਂ ਦੇ ਕੋਲ ਇੱਕ ਸਪੈਸ਼ਲ ਕਾਈਂਡ ਆਫ ਜਿਹੜੀ ਗਨ ਹੈ ਉਹਨਾਂ ਨੂੰ ਪ੍ਰੋਵਾਈਡ ਕੀਤੀ ਗਈ ਸੀ। ਸਪੈਸ਼ਲ ਕਿਸਮ ਦੀ ਜਿਹੜੀ ਗਨ ਸੀਗੀ ਉਹ ਉਹਨਾਂ ਦੇ ਕੋਲ ਫੜੀ ਹੋਈ ਸੀ। ਔਨ ਦੀ ਬਾਰਡਰ ਹੀ ਕੁਡ ਸੀ ਦੀ ਪਾਕਿਸਤਾਨ ਆਰਮੀ ਵਾਜ਼ ਮੂਵਿੰਗ ਫਾਰਵਰਡ ਅਲੋਂਗ ਵਿਦ ਦੀਅਰ ਪੈਟਰਨ ਟੈਂਕਸ। ਬਾਰਡਰ ਏਰੀਆ ਦੇ ਉੱਤੇ ਜਿਹੜੇ ਹੁਣ ਅਬਦੁਲ ਹਮੀਦ ਨੇ ਉਹ ਕੀ ਦੇਖਦੇ ਆ ਕਿ ਜਿਹੜੀ ਪਾਕਿਸਤਾਨ ਆਰਮੀ ਹੈ ਉਹ ਤੇਜ਼ੀ ਦੇ ਨਾਲ ਇੰਡੀਆ ਵਾਲੀ ਸਾਈਡ ਤੇ ਨੂੰ ਵੱਧਦੀ ਆ ਰਹੀ ਹੈ ਪੈਟਰਨ ਟੈਂਕਾਂ ਦੇ ਨਾਲ। ਆਲਦੋ ਹੀ ਕੁਡ ਸ਼ੂਟ ਦੈਮ ਬਟ ਹੀ ਡਿਡ ਨਾਟ ਵਾਂਟ ਟੂ ਵੇਸਟ ਇਵਨ ਅ ਸਿੰਗਲ ਬੁਲੇਟ। ਹੀ ਵਾਂਟਡ ਟੂ ਡਿਸਟਰੋਏ ਐਵਰੀ ਸਿੰਗਲ ਟੈਂਕ ਵਿਦ ਹਿਜ਼ ਗਨ। ਚਾਹੇ ਉਹ ਦੇਖਦਾ ਕਿ ਜਿਹੜੀ ਪਾਕਿਸਤਾਨ ਆਰਮੀ ਹੈ ਉਹਨੂੰ ਈਜ਼ੀਲੀ ਉਹ ਦੇਖ ਸਕਦਾ ਸੀ, ਉਹਦੇ ਉੱਤੇ ਨਿਸ਼ਾਨਾ ਵੀ ਲਗਾ ਸਕਦਾ ਸੀ, ਬਟ ਉਹ ਨਿਸ਼ਾਨਾ ਨਹੀਂ ਲਗਾਉਂਦਾ। ਕਿਉਂ ਨਹੀਂ ਲਗਾਉਂਦਾ? ਬਿਕੋਜ਼ ਹੀ ਵਾਂਟਡ ਟੂ ਡਿਸਟਰੋਏ ਆਲ ਆਫ ਦੈਮ। ਉਹਨਾਂ ਦੇ ਜਿੰਨੇ ਵੀ ਟੈਂਕ ਸੀਗੇ ਸਾਰਿਆਂ ਨੂੰ ਡਿਸਟਰੋਏ ਕਰਨਾ ਚਾਹੁੰਦਾ ਸੀ। ਹੀ ਡਿਡ ਨਾਟ ਵਾਂਟ ਟੂ ਵੇਸਟ ਐਨੀ ਆਫ ਹਿਜ਼ ਬੁਲੇਟ। ਆਪਣੇ ਜਿਹੜੀਆਂ ਗੋਲੀਆਂ ਸੀਗੀਆਂ ਉਹਦੀ ਗਨ ਦੇ ਵਿੱਚ ਸਪੈਸ਼ਲ ਕਾਈਂਡ ਆਫ ਗਨ ਸੀਗੀ, ਉਹਦੀ ਇੱਕ ਵੀ ਗੋਲੀ ਉਹ ਬਰਬਾਦ ਨਹੀਂ ਕਰਨਾ ਚਾਹੁੰਦਾ ਸੀ। ਹੀ ਵਾਂਟਡ ਟੂ ਮੇਕ
ਸ਼ੂਟ ਆਫ ਈਚ ਐਂਡ ਐਵਰੀ ਪੈਟਰਨ ਟੈਂਕਸ, ਜਿੰਨੇ ਵੀ ਪਾਕਿਸਤਾਨ ਕੋਲ ਟੈਂਕ ਸੀਗੇ ਹਰ ਇੱਕ ਦੇ ਉੱਤੇ ਨਿਸ਼ਾਨਾ ਲਗਾਉਣਾ ਚਾਹੁੰਦਾ ਸੀ। ਸੋ ਹੀ allowed them to come closer, they were attacking constantly on Indian army, ਇਸ ਲਈ ਉਹਨੇ ਅਲਾਉ ਕੀਤਾ ਕਿ ਉਹ ਹੋਰ ਨਜ਼ਦੀਕ ਆ ਜਾਣ। ਉਹ ਤੇਜ਼ੀ ਦੇ ਨਾਲ ਪਾਕਿਸਤਾਨ ਆਰਮੀ ਹੈ ਜਿਹੜੀ that was moving forward on the side of India, ਇੰਡੀਆ ਦੀ ਸਾਈਡ ਤੇ ਨੂੰ ਤੇਜ਼ੀ ਨਾਲ ਵੱਧਦੀ ਆ ਰਹੀ ਸੀ। they were attacking constantly, ਲਗਾਤਾਰ ਅਟੈਕ ਕਰਦੇ ਆ ਰਹੇ ਸੀ ਇੰਡੀਅਨ ਸੋਲਜਰਸ ਨੂੰ, ਇੰਡੀਅਨ ਆਰਮੀ ਨੂੰ। as an old proverb says, strike the iron when it is hot, ਇੱਕ ਜਿਹੜੀ ਓਲਡ ਕਹਾਵਤ ਹੈ, ਇੱਕ ਓਲਡ ਪ੍ਰਵਰਬ ਹੈ, ਸੇਇੰਗ ਹੈ, ਉਹ ਕੀ ਕਹਿੰਦੀ ਹੈ? ਕਹਿੰਦੇ strike the iron when it is hot, ਲੋਹੇ ਨੂੰ ਉਦੋਂ ਕੁੱਟੋ ਜਦੋਂ ਉਹ ਗਰਮ ਹੋਵੇ, ਸੋ ਦੈਟ ਸਹੀ ਸਮੇਂ ਦਾ ਸਹੀ ਅਪਰਚੂਨਿਟੀ ਹੈ ਜਿਹੜੀ ਉਹਦਾ ਸਾਨੂੰ ਫਾਇਦਾ ਉਠਾਉਣਾ ਚਾਹੀਦਾ ਹੈ। ਸੋ ਹੀ ਡਿਸਟਰੋਇਡ ਦੀਅਰ 3 ਪੈਟਰਨ ਟੈਂਕਸ, ਸੋ ਜਿਵੇਂ ਹੀ ਅਬਦੁਲ ਹਮੀਦ ਨੂੰ ਲੱਗਿਆ ਵੀ ਸਹੀ ਮੌਕਾ ਹੈ, ਦੇ ਵਰ ਕੁਆਇਟ ਕਲੋਜ਼ਰ, ਉਹਦੇ ਬੜੇ ਨਜ਼ਦੀਕ ਸੀਗੇ। ਐਂਡ ਵੀ ਆਲਰੇਡੀ ਨੋ ਦੈਟ ਹੀ ਵਾਜ਼ ਅ ਵੈਰੀ ਕ੍ਰੈਕ ਸ਼ੂਟ, ਉਹ ਬੜਾ ਕ੍ਰੈਕ ਸ਼ੂਟ ਹੈ, ਬੜਾ ਨਿਸ਼ਾਨੇਬਾਜ਼ ਸੀਗਾ। ਸੋ ਉਹਨੇ ਉਹਨਾਂ ਦੇ 3 ਜਿਹੜੇ ਪੈਟਰਨ ਟੈਂਕ ਸੀ ਉਹਨਾਂ ਉੱਤੇ ਨਿਸ਼ਾਨਾ ਲਗਾਇਆ ਐਂਡ ਹੀ ਡਿਸਟਰੋਇਡ ਦੈਮ, ਉਹਨਾਂ ਨੂੰ ਇੱਕ ਇੱਕ ਨਿਸ਼ਾਨੇ ਦੇ ਨਾਲ ਹੀ ਡਿਸਟਰੋਏ ਕਰਤਾ, ਖਤਮ ਕਰਤਾ। ਦੈਨ ਹੀ ਬਿਕੇਮ ਦੀਅਰ ਬਿਗੇਸਟ ਐਨਮੀ, ਹੁਣ ਜਿਹੜਾ ਪਾਕਿਸਤਾਨ ਆਰਮੀ ਹੈ ਉਹਦਾ ਟੋਟਲੀ ਜਿਹੜਾ ਫੋਕਸ ਹੈ ਦੈਟ ਵਾਜ਼ ਔਨ ਦੀ ਅਬਦੁਲ ਹਮੀਦ, ਉਹਨਾਂ ਦਾ ਸਾਰਾ ਜਿਹੜਾ ਫੋਕਸ ਹੈ ਅਬਦੁਲ ਹਮੀਦ ਉੱਤੇ ਆ ਗਿਆ। ਬਾਈ ਬਿਕੋਜ਼ ਹੀ ਵਾਜ਼ ਡਿਸਟਰੋਇੰਗ ਦੀਅਰ ਪੈਟਰਨ ਟੈਂਕਸ, ਉਹਨਾਂ ਦੇ ਜਿਹੜੇ ਪੈਟਰਨ ਟੈਂਕਸ ਨੇ ਉਹਨਾਂ ਨੂੰ ਤੇਜ਼ੀ ਦੇ ਨਾਲ ਡਿਸਟਰੋਏ ਕਰ ਰਿਹਾ ਸੀ। ਸੋ ਦੇ ਵਰ ਫੋਕਸਿੰਗ ਔਨ ਹਿਮ, ਉਹ ਹੁਣ ਉਹਨਾਂ ਦਾ ਜਿਹੜਾ ਸਾਰਾ ਆਰਮੀ ਦਾ ਫੋਕਸ ਹੈ ਦੈਟ ਵਾਜ਼ ਔਨ ਦੀ ਅਬਦੁਲ ਹਮੀਦ, ਸਿਰਫ ਇੱਕੋ ਪਰਸਨ ਦੇ ਉੱਤੇ ਜ਼ਿਆਦਾ ਸੀਗਾ, ਅਬਦੁਲ ਹਮੀਦ ਦੇ ਉੱਤੇ। ਅਨਫੋਰਚੂਨੇਟਲੀ one shell of the enemy hit his jeep, he was badly injured but he did not lose heart, ਬਦਕਿਸਮਤੀ ਦੇ ਨਾਲ ਜਿਹੜੇ ਐਨਮੀ ਦੀ ਸਾਈਡ ਦੇ ਉੱਤੋਂ ਅਟੈਕ ਹੋ ਰਿਹਾ ਸੀ ਉਹਨਾਂ ਦਾ ਇੱਕ ਸ਼ੈੱਲ, ਇੱਕ ਜਿਹੜਾ ਬੰਬ ਹੈ ਉਹ ਆ ਕੇ ਇੰਡੀਅਨ ਜਿਹੜਾ ਅਬਦੁਲ ਹਮੀਦ ਹੈ ਉਹਦੀ ਜੀਪ ਨੂੰ ਟੱਚ ਕਰਦਾ। ਹੀ ਫੈਲ ਡਾਊਨ, ਉਹ ਨੀਚੇ ਗਿਰ ਜਾਂਦਾ। ਹੀ ਵਾਜ਼ ਬੈਡਲੀ ਇੰਜਰਡ, ਬਹੁਤ ਬੁਰੇ ਤਰੀਕੇ ਦੇ ਨਾਲ ਉਹ ਜ਼ਖਮੀ ਹੋ ਜਾਂਦਾ। ਬਟ ਸਟਿਲ ਹੀ ਡਿਡ ਨਾਟ ਲੂਜ਼ ਹਾਰਟ, ਫਿਰ ਵੀ ਉਹ ਜਿਹੜਾ ਆਪਣਾ ਦਿਲ ਹੈ ਉਹਨੂੰ ਨਹੀਂ ਛੱਡਦਾ। ਐਂਡ ਆਰਡਰਡ ਹਿਜ਼ ਕੰਪਨੀ ਟੂ ਮੂਵ ਫਾਰਵਰਡ, ਈਵਨ ਇਹ ਕੰਡੀਸ਼ਨ ਦੇ ਵਿੱਚ ਵੀ ਜਿਹੜੇ ਉਹਦੇ ਆਰਮੀ ਮੈਨ ਨੇ ਜਿਹੜੇ ਉਹਨੂੰ ਫੋਲੋ ਕਰ ਰਹੇ ਸੀਗੇ ਉਹਨਾਂ ਸਾਰਿਆਂ ਨੂੰ ਆਰਡਰ ਦਿੰਦਾ ਟੂ ਮੂਵ ਫਾਰਵਰਡ ਕਿ ਉਹ ਅੱਗੇ ਵਧਣ ਐਂਡ ਦੇ ਸ਼ੁੱਡ ਫਾਈਟ ਅਗੇਨ, ਤੇ ਉਹਨਾਂ ਨੂੰ ਜਿਹੜੀ ਆਪਣੀ ਫਾਈਟ ਹੈ ਉਹਨੂੰ ਕੰਟੀਨਿਊਸ ਰੱਖਣਾ ਚਾਹੀਦਾ ਹੈ। His fellow beings respected him, so they followed his advice without any interrogation, ਜਿਹੜੇ ਉਹਦੇ fellow beings ਸੀਗੇ ਉਹ ਬੜੀ ਰਿਸਪੈਕਟ ਕਰਦੇ ਸੀਗੇ ਅਬਦੁਲ ਹਮੀਦ ਦੀ। ਸੋ ਵਿਦਾਊਟ ਹੈਵਿੰਗ ਐਨੀ ਕਾਈਂਡ ਆਫ ਕੁਐਸਚਨ, ਬਿਨਾਂ ਕੋਈ ਕੁਐਸਚਨ ਪੁੱਛੇ ਦੇ ਫੋਲੋਡ ਹਿਜ਼ ਐਡਵਾਈਸ, ਜਿਹੜੀ ਵੀ ਉਹਨੂੰ ਐਡਵਾਈਸ ਦਿੱਤੀ ਗਈ ਉਹਨਾਂ ਨੂੰ ਕਿ ਅੱਗੇ ਫਾਰਵਰਡ ਹੋਵੋ, ਅੱਗੇ ਵਧੋ, ਫਾਈਟ ਕਰੋ, ਉਹਨਾਂ ਨੇ ਉਹਨੂੰ ਐਜ਼ ਇਟ ਫੋਲੋ ਕੀਤਾ। ਸੂਨਲੀ ਦੀ ਪਾਕਿਸਤਾਨ ਆਰਮੀ ਕੇਮ ਬੈਕ ਐਮਪਟੀ ਹੈਂਡਡਸ, ਜਦੋਂ ਇੰਨੀ ਬਰੇਵਲੀ ਦੇ ਨਾਲ, ਇੰਨੇ ਬਹਾਦਰੀ ਦੇ ਨਾਲ ਇੰਡੀਅਨ ਆਰਮੀ ਨੇ ਆਪਣੀ ਫਾਈਟ ਕੀਤੀ, ਜਿਹੜੀ ਪਾਕਿਸਤਾਨ ਆਰਮੀ ਹੈ ਉਹਨੂੰ ਜਲਦੀ ਹੀ ਐਮਪਟੀ ਹੈਂਡਡ ਬੈਕ ਜਾਣਾ ਪਿਆ, ਉਹਨੂੰ ਵਾਪਸ ਜਾਣਾ ਪਿਆ। ਉਹ ਇਹ ਜੰਗ ਹਾਰ ਗਈ ਤੇ ਉਹਨਾਂ ਨੂੰ ਵਾਪਸ ਮੁੜਨਾ ਉਹਨਾਂ ਨੇ ਠੀਕ ਸਮਝਿਆ। ਅਬਦੁਲ ਹਮੀਦ ਸੈਕਰੀਫਾਈਡ ਹਿਜ਼ ਲਾਈਫ ਫॉर ਦੀ ਸੇਕ ਆਫ ਹਿਜ਼ ਨੇਸ਼ਨ, ਐਂਡ ਜਿਹੜਾ ਅਬਦੁਲ ਹਮੀਦ ਹੈ ਉਹਨਾਂ ਦੀ ਇਸ ਜੰਗ ਦੇ ਦੌਰਾਨ ਜਦੋਂ ਬੈਡਲੀ ਇੰਜਰ ਹੋ ਗਏ ਸੀ, ਆਫਟਰ ਦੈਨ ਉਹ ਸ਼ਹੀਦ ਹੋ ਗਏ। ਉਹਨਾਂ ਨੇ ਆਪਣੀ ਸ਼ਹੀਦੀ ਦਿੱਤੀ, ਆਪਣੀ ਲਾਈਫ ਦਿੱਤੀ, ਕਦ ਲਈ? ਫॉर ਦੀ ਸੇਕ ਆਫ ਹਿਜ਼ ਨੇਸ਼ਨ, ਆਪਣੇ ਦੇਸ਼ ਦੀ ਖਾਤਰ। ਦੇਸ਼ ਦੈਟ ਮੀਨਸ ਇੰਡੀਆ, ਸਾਡੇ ਇੰਡੀਆ ਦੀ ਖਾਤਰ ਉਹਨਾਂ ਨੇ ਆਪਣੀ ਜਿਹੜੀ ਲਾਈਫ ਹੈ ਉਹ ਕੁਰਬਾਨ ਕਰਤੀ। ਹੀ ਵਾਜ਼ ਅਵਾਰਡਡ ਪਰਮਵੀਰ ਚੱਕਰਾ ਅਵਾਰਡ ਪੋਸਥੋਮਸਲੀ ਬਾਈ ਦੀ ਪ੍ਰੈਜ਼ੀਡੈਂਟ ਆਫ ਇੰਡੀਆ, ਜਿੱਦਾਂ ਹਰ ਇੱਕ ਸਫੀਅਰ ਹੈ ਉਹਦੇ ਵਿੱਚ ਇੱਕ ਕਿਸਮ ਦੇ ਅਵਾਰਡਸ ਰੱਖੇ ਗਏ ਨੇ। ਜੇ ਆਪਾਂ ਲਿਟਰੇਚਰ ਜਾਂ ਫਿਲਮਾਂ ਦੀ ਗੱਲ ਕਰਦੇ ਹਾਂ, ਮੂਵੀਜ਼ ਦੀ ਗੱਲ ਕਰਦੇ ਹਾਂ, ਦੈਨ ਜਿਹੜੀਆਂ ਵਨ ਆਫ ਦੀ ਬੈਸਟ ਮੂਵੀ ਹੋਊਗੀ, ਵਨ ਆਫ ਦੀ ਬੈਸਟ ਲਿਟਰੇਰੀ ਵਰਕ ਹੋਊਗਾ, ਉਹਦੇ ਵਿੱਚ ਕੀ ਆ, ਉਹ ਸਾਨੂੰ ਅਵਾਰਡ ਦਿੰਦੇ ਨੇ। ਇੰਟਰਨੈਸ਼ਨਲ ਲੈਵਲ ਉੱਤੇ ਔਸਕਰ ਅਵਾਰਡ ਆ ਜਿਹੜਾ ਦਿੱਤਾ ਜਾਂਦਾ ਹੈ। ਸਭ ਤੋਂ ਵਧੀਆ ਅਵਾਰਡ ਕਿਹੜਾ ਮੰਨਿਆ ਜਾਂਦਾ? ਔਸਕਰ। ਸੇਮ ਇੰਡੀਅਨ ਆਰਮੀ ਦੇ ਵਿੱਚ ਹੈ, ਇੰਡੀਅਨ ਆਰਮੀ ਦੇ ਵਿੱਚ ਸਭ ਤੋਂ ਬੈਸਟ ਅਵਾਰਡ ਕਿਹੜਾ ਮੰਨਿਆ ਜਾਂਦਾ? ਪਰਮਵੀਰ ਚੱਕਰਾ ਅਵਾਰਡ। ਸਭ ਤੋਂ ਬੈਸਟ ਅਵਾਰਡ ਇਹ ਹੈ ਜੇ ਇੰਡੀਅਨ ਆਰਮੀ 'ਚ ਕਿਸੇ ਨੂੰ ਵੀ ਮਿਲ ਗਿਆ, ਉਹਨੂੰ ਵਨ ਆਫ ਦੀ ਬੈਸਟ ਸੋਲਜਰ ਮੰਨਿਆ ਜਾਂਦਾ ਹੈ। ਸੋ ਇੰਡੀਅਨ ਗਵਰਨਮੈਂਟ ਨੇ ਕੀ ਡਿਸਾਈਡ ਕੀਤਾ, ਉਹਦੀ ਆਫਟਰ ਹਿਜ਼ ਸੈਕਰੀਫਾਈਸ, ਉਹਦੀ ਸ਼ਹੀਦੀ ਤੋਂ ਬਾਅਦ ਕੀ ਡਿਸਾਈਡ ਕੀਤਾ ਕਿ ਉਹਨੂੰ ਪਰਮਵੀਰ ਚੱਕਰਾ ਅਵਾਰਡ ਦਿੱਤਾ ਜਾਵੇ ਪੋਸਥੋਮਸਲੀ ਦਾ ਕੀ ਮਤਲਬ ਹੋ ਗਿਆ? ਆਫਟਰ ਹਿਜ਼ ਡੈਥ, ਬਿਕੋਜ਼ ਹੀ ਵਾਜ਼ ਨਾਟ ਅਲਾਈਵ, ਹੁਣ ਉਹ ਜਿਉਂਦਾ ਨਹੀਂ ਸੀਗਾ, ਉਹਦੀ ਡੈਥ ਤੋਂ ਬਾਅਦ ਉਹਨੂੰ ਇਹ ਅਵਾਰਡ ਦਿੱਤਾ ਗਿਆ। ਹੁਣ ਜਦੋਂ ਵੀ ਅਬਦੁਲ ਹਮੀਦ ਦਾ ਕਦੇ ਨਾਮ ਲਿਆ ਜਾਊਗਾ ਕੀ ਕਿਹਾ ਜਾਊਗਾ? ਪਰਮਵੀਰ ਚੱਕਰਾ ਅਵਾਰਡ ਵਿਨਰ ਅਬਦੁਲ ਹਮੀਦ।
परमवीर चक्र अवार्ड विजेता अब्दुल हमीद, इदां दा उन्होंने नाम दिता गया। बाय द प्रेजिडेंट ऑफ इंडिया, ये अवार्ड इन्ना क ज़्यादा फेमस है दैट इट इज़ गिवन ओनली बाय द प्रेजिडेंट ऑफ इंडिया, जिहड़ा देश का साडे दा राष्ट्रपति है सिर्फ उहदे द्वारा जिहड़ा ये अवार्ड है दिता जाता है। वी फील प्राउड ऑफ हिम, सानू सारिਆਂ ਨੂੰ ਉਹਦੇ ਉੱਤੇ ਮਾਣ ਹੈ। एंड हिज नेम विल ऑलवेज बी रिमेंबर्ड बाय अस, एंड ਉਹਨਾਂ ਦਾ ਜਿਹੜਾ ਨਾਮ ਹੈ ਅਬਦੁਲ ਹਮੀਦ ਦਾ ਜਿਹੜਾ ਨਾਮ ਹੈ ਉਹ ਸਾਡੇ ਸਾਰਿਆਂ ਦੇ ਦੁਆਰਾ याद रखा जाएगा। आई होप ऑल ऑफ यू हैव नाउ अंडरस्टैंड दी स्टोरी वट इज़ रिटन इन दी अब्दुल हमीद। मैनूं उम्मीद है कि स्टोरी दे विच अब्दुल हमीद दे विच की लिखा होया तुसीं सारिਆਂ ने प्रॉपरली अंडरस्टैंड कर लिया होगा। नाउ यू शुड रीड अगेन दी क्वेश्चन आंसर्स, जिहड़े क्वेश्चन आंसर्स तुहानूं सेंड कीते सी उन्हां नूं दुबारा पढ़ो सो दैट यू कैन अंडरस्टैंड वट इज़ रिटन ऑन दैम, ताकि हुण तुहानूं ईजीली समझ आ सके कि उन्हां जिहड़े क्वेश्चन आंसर्स ने उन्हां दे विच की लिखिया होया एंड लर्न दैम, एंड उन्हां नूं प्रॉपरली लर्न कर लो।